ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਹੜਾ ਬਹੁਤ ਵੱਡਾ ਵਜਰ ਪਾਪ ਕੀਤਾ ਹੈ। ਇਹ ਆਪਣੇ ਤਰੀਕੇ ਦੇ ਨਾਲ ਜਿੱਥੇ ਤਾਂ ਗਲਤ ਉਚਾਰਨ ਕੀਤਾ ਉੱਥੇ ਅਰਥ ਵੀ ਤੂੰ ਆਪਣੇ ਤਰੀਕੇ ਦੇ ਨਾਲ ਹੀ ਕਰ ਰਿਹਾ ਹੈ। ਬੱਚਿਆਂ ਸੋਚ ਨਾ ਹੋਈ ਹੈ ਜੋ ਸੋਚਿਆ ਲਖਵਾ ਲਓ। ਤੋ ਅੱਜ ਅਸੀਂ ਅਕਾਲ ਤਖਤ ਸਾਹਿਬ ਨੂੰ ਵੀ ਬੇਨਤੀ ਕਰਦੇ ਹਾਂ ਕਿ ਇਹਦੇ ਉੱਤੇ ਸਖਤ ਨੋਟਿਸ ਲਿਆ ਜਾਵੇ, ਇਹਨਾਂ ਨੂੰ ਤਲਬ ਕਰਕੇ ਸਖਤ ਤੋਂ ਸਖਤ ਸਜ਼ਾਵਾਂ ਦਿੱਤੀਆਂ ਜਾਣ। ਜਦੋਂ ਸਾਨੂੰ ਕਿਸੇ ਵਿਸ਼ੇ ਦਾ ਗਿਆਨ ਨਹੀਂ ਤਾਂ ਲੋੜ ਕੀ ਹੈ ਉਸ ਵਿਸ਼ੇ ਦੇ ਬਾਬਤ ਬੋਲਣ ਦੀ। ਇਹ ਗੱਲ ਇਹਨਾਂ ਨੂੰ ਸਮਝਣੀ ਚਾਹੀਦੀ ਹੈ। ਨਾ ਤਾਂ ਕਮੇਡੀਅਨ ਬਣਨ ਬਾਰੇ ਸੋਚਿਆ ਸੀ, ਨਾ ਹੀ ਪੋਲਿਟਿਕਸ 'ਚ ਆਉਣ ਬਾਰੇ ਸੋਚਿਆ ਸੀ। ਮੁੱਖ ਮੰਤਰੀ ਤਾਂ ਬਹੁਤ ਵੱਡੀ ਤਹਾਂ ਦੀ ਗੱਲ ਹੈ, ਸੋਚਿਆ ਨਹੀਂ ਸੀ, ਪਰ ਹਾਂ ਸੋਚ ਸੱਚੀ ਸੀ। ਇਹੋ ਜਿਹੀ ਵੱਡੀ ਭੁੱਲ ਕੀਤੀ ਹੈ ਜਿਹੜੀ ਕਦੇ ਵੀ ਸਿੱਖ ਸੰਪਰਦਾਵਾਂ ਨੂੰ ਇਹਨੂੰ ਬਖਸ਼ਣਾ ਨਹੀਂ ਚਾਹੀਦਾ। ਪਿਛਲੇ ਸਮੇਂ ਦੇ ਵਿੱਚ ਇਹੋ ਜਿਹਾ ਕੰਮ ਹੀ ਅਕਾਲੀ ਕਰਦੇ ਰਹੇ ਹੈ। ਆਪਣੀਆਂ ਰੈਲੀਆਂ ਦੇ ਵਿੱਚ ਵੱਡੇ ਵੱਡੇ ਜਕਾਰੇ ਲਾਉਂਦੇ ਰਹੇ ਹੈ, ਵੱਡੀਆਂ ਵੱਡੀਆਂ ਫੜਾਂ ਮਾਰਨੀਆਂ, ਗੱਪਾਂ ਮਾਰਨੀਆਂ, ਉੱਤੋਂ ਜਕਾਰੇ ਲਾਉਣੇ। ਸੰਗਤ ਜੀ, ਵਿਸ਼ਾ ਇਹ ਬਹੁਤ ਗੰਭੀਰ ਹੈ। ਪਿਛਲੇ ਦਿਨੀ ਆਪ ਜੀ ਨੇ ਸਾਰਿਆਂ ਨੇ ਸੁਣਿਆ ਹੋਵੇਗਾ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਹੜਾ ਬਹੁਤ ਵੱਡਾ ਵਜਰ ਪਾਪ ਕੀਤਾ ਹੈ। ਇਹੋ ਜਿਹੀ ਵੱਡੀ ਭੁੱਲ ਕੀਤੀ ਹੈ ਜਿਹੜੀ ਕਦੇ ਵੀ ਸਿੱਖ ਸੰਪਰਦਾਵਾਂ ਨੂੰ ਇਹਨੂੰ ਬਖਸ਼ਣਾ ਨਹੀਂ ਚਾਹੀਦਾ। ਆਪ ਸਾਰਿਆਂ ਨੇ ਸੁਣਿਆ ਹੋਵੇਗਾ ਕਿ ਕਿਵੇਂ ਇੱਕ ਚੱਲਦੀ ਹੋਈ ਇੰਟਰਵਿਊ ਦੇ ਵਿੱਚ ਭਗਵੰਤ ਮਾਨ ਨੇ ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਜਿਹਦੀਆਂ ਤੁਕਾਂ ਦੇ ਬੜੇ ਗਲਤ ਉਚਾਰਨ ਕੀਤੇ ਆ, ਪਾਵਨ ਪੰਕਤੀਆਂ ਦੇ, ਜਦੋਂ ਕਿ ਪੰਕਤੀ ਹੈ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ। ਕੇਵਲ ਗਲਤ ਉਚਾਰਨ ਹੀ ਨਹੀਂ ਕੀਤਾ, ਇਹਦੇ ਅਰਥ ਵੀ ਆਪਣੇ ਮਨ ਦੀ ਮੱਤ ਦੇ ਅਨੁਸਾਰ ਕੀਤੇ ਹੈ। ਜਦੋਂ ਸਾਨੂੰ ਕਿਸੇ ਵਿਸ਼ੇ ਦਾ ਗਿਆਨ ਨਹੀਂ ਤਾਂ ਲੋੜ ਕੀ ਹੈ ਉਸ ਵਿਸ਼ੇ ਦੇ ਬਾਬਤ ਬੋਲਣ ਦੀ। ਇਹ ਗੱਲ ਇਹਨਾਂ ਨੂੰ ਸਮਝਣੀ ਚਾਹੀਦੀ ਹੈ। ਜਦੋਂ ਕਿ ਸੰਪਰਦਾ ਦਾ ਨਿਯਮ ਹੈ ਕਿ ਪਹਿਲਾਂ ਅੱਖਰ ਬੋਧ, ਜਿਸ ਵੇਲੇ ਕਿਸੇ ਨੂੰ ਅੱਖਰ ਬੋਧ ਹੋ ਜਾਂਦਾ ਉਸ ਤੋਂ ਬਾਅਦ ਦੂਸਰਾ ਜਿਹੜਾ ਸਟੈਪ ਹੈ ਉਹ ਹੈ ਸ਼ਬਦ ਬੋਧ। ਅੱਖਰਾਂ ਨੂੰ ਜੋੜ ਕੇ ਸਹੀ ਜਿਹੜਾ ਉਚਾਰਨ ਹੈ ਉਹਦਾ ਉਹ ਆਉਣਾ ਚਾਹੀਦਾ, ਅਤੇ ਫਿਰ ਤੀਸਰਾ ਹੈ ਅਰਥ ਬੋਧ। ਤੋ ਜਿੰਨਾ ਸਮਾਂ ਸਾਨੂੰ ਸ਼ਬਦਾਂ ਦਾ ਸਹੀ ਉਚਾਰਨ ਹੀ ਨਹੀਂ ਆਉਂਦਾ ਓਨਾ ਸਮਾਂ ਅਰਥ ਕਰਨ ਦੀ ਲੋੜ ਕੀ ਹੈ। ਪਿਛਲੇ ਸਮੇਂ ਦੇ ਵਿੱਚ ਇਹੋ ਜਿਹਾ ਕੰਮ ਹੀ ਅਕਾਲੀ ਕਰਦੇ ਰਹੇ ਹੈ। ਆਪਣੀਆਂ ਰੈਲੀਆਂ ਦੇ ਵਿੱਚ ਵੱਡੇ ਵੱਡੇ ਜਕਾਰੇ ਲਾਉਂਦੇ ਰਹੇ ਹੈ, ਵੱਡੀਆਂ ਵੱਡੀਆਂ ਫੜਾਂ ਮਾਰਨੀਆਂ, ਗੱਪਾਂ ਮਾਰਨੀਆਂ, ਉੱਤੋਂ ਜਕਾਰੇ ਲਾਉਣੇ। ਤੋ ਅੱਜ ਅਸੀਂ ਅਕਾਲ ਤਖਤ ਸਾਹਿਬ ਨੂੰ ਵੀ ਬੇਨਤੀ ਕਰਦੇ ਹਾਂ ਕਿ ਇਹਦੇ ਉੱਤੇ ਸਖਤ ਨੋਟਿਸ ਲਿਆ ਜਾਵੇ, ਇਹਨਾਂ ਨੂੰ ਤਲਬ ਕਰਕੇ ਸਖਤ ਤੋਂ ਸਖਤ ਸਜ਼ਾਵਾਂ ਦਿੱਤੀਆਂ ਜਾਣ, ਤਾਂ ਜੋ ਅਗਾਂਹ ਵਾਸਤੇ ਗੁਰਬਾਣੀ ਦੀ ਇਹੋ ਜਿਹੀ ਬੇਅਦਬੀ ਨਾ ਹੋ ਸਕੇ। ਇਹ ਸੰਗਤ ਜੀ ਸਾਰਾ ਗੁਰਬਾਣੀ ਦੀ ਬੇਅਦਬੀ ਹੋ ਰਹੀ ਹੈ। ਜਿੱਥੇ ਹੋਰ ਅਨੇਕਾਂ ਥਾਵਾਂ 'ਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਹੋਈਆਂ, ਇਹ ਵੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬੇਅਦਬੀ। ਇਤਿਹਾਸ ਦੇ ਵਿੱਚ ਇਸ ਗੱਲ ਦਾ ਜ਼ਿਕਰ ਆਉਂਦਾ ਕਿ ਜਿਸ ਵੇਲੇ ਇੱਕ ਸਿੱਖ ਨੇ ਦੱਖਣੀ ਓਅੰਕਾਰ ਦੀ ਪਾਵਨ ਬਾਣੀ ਦਾ ਗਲਤ ਉਚਾਰਨ ਕੀਤਾ। ਪਾਵਨ ਬਾਣੀ ਦੀਆਂ ਤੁਕਾਂ ਹਨ, ਕਰਤੇ ਕੀ ਮਿਤ ਕਰਤਾ ਜਾਣੈ, ਕਹਿ ਜਾਣੈ ਗੁਰਸੂਰਾ। ਜਿਸ ਵੇਲੇ ਭਰੇ ਦੀਵਾਨ ਦੇ ਵਿੱਚ ਆਖਦੇ ਕਿ ਇੱਕ ਸਿੱਖ ਨੇ ਇਸ ਪੰਕਤੀਆਂ ਦਾ ਗਲਤ ਉਚਾਰਨ ਕੀਤਾ, ਕੈ ਦੀ ਜਗ੍ਹਾ ਕੇਵਲ ਕੇ ਵਰਤਿਆ, ਭਾਵ ਇੱਕ ਲਾਂ ਹੀ ਘਟਾਈ ਸੀ। ਜਿਸ ਵੇਲੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਸੁਣਿਆ, ਮਹਾਰਾਜ ਨੇ ਰੋਕਿਆ ਕਿ ਭਾਈ ਸਿੱਖਾ ਇਹਦਾ ਉਚਾਰਨ ਠੀਕ ਕਰ। ਜਿਸ ਵੇਲੇ ਆਖਦੇ ਕਿ ਫਿਰ ਗੁਰਸਿੱਖ ਨੇ ਬੇਧਿਆਨੀ ਦੇ ਵਿੱਚ ਗਲਤ ਉਚਾਰਨ ਕੀਤਾ, ਮਹਾਰਾਜ ਨੇ ਆਪਣੇ ਪਾਸ ਖੜੇ ਸਿੰਘ ਨੂੰ ਭੇਜਿਆ ਅਤੇ ਆਖਦੇ ਕਿ ਗੁਰਸਿੱਖ ਨੇ ਜਾ ਕੇ ਉਸ ਬਾਣੀ ਪੜ੍ਹਨ ਵਾਲੇ ਸਿੱਖ ਨੂੰ ਸਧਾਈ ਕੀਤੀ, ਉਹਦੇ ਜਾ ਕੇ ਚਪੇੜਾਂ ਤੱਕ ਮਾਰੀਆਂ। ਅਤੇ ਜਿਸ ਵੇਲੇ ਸਮਾਪਤੀ ਹੋਈ ਆਖਦੇ ਕਿ ਗੁਰਸਿੱਖ ਮਹਾਰਾਜ ਜੀ ਦੀ ਸ਼ਰਨ ਦੇ ਵਿੱਚ ਆਇਆ ਜਿਹੜਾ ਗਲਤ ਉਚਾਰਨ ਕਰ ਰਿਹਾ ਸੀ। ਆ ਕੇ ਮਹਾਰਾਜ ਨੂੰ ਆਖਿਆ ਕਿ ਮਹਾਰਾਜ ਗੁਰਬਾਣੀ ਪੜ੍ਹਨ ਦੇ ਨਾਲ ਤਾਂ ਆਖਦੇ ਕਿ ਜਮਾਂ ਦੀ ਫਾਹੀ ਵੀ ਕੱਟੀ ਜਾਂਦੀ ਹੈ, ਫਿਰ ਮੈਨੂੰ ਬਾਣੀ ਪੜ੍ਹਦੇ ਨੂੰ ਸਜ਼ਾ ਕਿਉਂ ਮਿਲੀ ਹੈ। ਮਹਾਰਾਜ ਆਖਣ ਲੱਗੇ, ਭਾਈ ਸਿੱਖਾ ਜਿਹੜੀ ਸਜ਼ਾ ਤੈਨੂੰ ਦਿੱਤੀ ਇਹ ਤਾਂ ਬਹੁਤ ਛੋਟੀ ਹੈ, ਤੈਂ ਤਾਂ ਜਿਹੜਾ ਵੱਡਾ ਪਾਪ ਕੀਤਾ ਇਹ ਬਖਸ਼ਿਆ ਨਹੀਂ ਜਾ ਸਕਦਾ, ਭਾਵ ਤੈਂ ਤਾਂ ਸਾਡਾ ਅੰਗ ਭੰਗ ਕਰ ਦਿੱਤਾ। ਤੋ ਇਸ ਤਰੀਕੇ ਦੇ ਨਾਲ ਸੰਗਤ ਜੀ ਗੁਰਸਿੱਖ ਨੇ ਆਖਦੇ ਮਹਾਰਾਜ ਤੋਂ ਮਾਫੀ ਮੰਗੀ। ਕਹਿਣ ਤੋਂ ਭਾਵ ਇੱਥੇ ਤਾਂ ਇੱਕ ਲਾਂ, ਇੱਕ ਸਿਹਾਰੀ ਬਿਹਾਰੀ ਲਾਉਣ ਦੇ ਨਾਲ ਹੀ ਅਰਥਾਂ ਦੇ ਅਨਰਥ ਹੋ ਜਾਂਦੇ ਆ।
ਇਸ ਵਾਸਤੇ ਜਿਹੜਾ ਇਹਨੇ ਇਹ ਵੱਡਾ ਪਾਪ ਕੀਤਾ, ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ। ਪਹਿਲਾਂ ਪੰਕਤੀਆਂ ਦੇ ਗਲਤ ਉਚਾਰਨ ਕੀਤੇ, ਉਤੋਂ ਉਹਦੇ ਅਰਥ ਵੀ ਕਰ ਰਿਹਾ ਕਿ ਮੈਂ ਸੋਚਿਆ ਨਹੀਂ ਸੀ ਕਿ ਮੈਂ ਇਸ ਤਰ੍ਹਾਂ ਵੱਡਾ ਕਮੇਡੀਅਨ ਬਣਾਂਗਾ, ਮੈਂ ਸੋਚਿਆ ਨਹੀਂ ਸੀ ਮੈਂ MP ਬਣਾਂਗਾ, ਮੰਤਰੀ ਬਣਾਂਗਾ। ਤਾਂ ਭਾਈ ਇਹ ਆਪਣੇ ਤਰੀਕੇ ਦੇ ਨਾਲ ਜਿੱਥੇ ਤਾਂ ਗਲਤ ਉਚਾਰਨ ਕੀਤਾ, ਉੱਥੇ ਅਰਥ ਵੀ ਤੂੰ ਆਪਣੇ ਤਰੀਕੇ ਦੇ ਨਾਲ ਹੀ ਕਰ ਰਿਹਾ। ਜਦ ਕਿ ਜਦੋਂ ਅਰਥਾਂ ਨੂੰ ਆਪਾਂ ਪੜ੍ਹਦੇ ਹਾਂ, ਵਾਚਦੇ ਹਾਂ, ਸੰਪਰਦਾਵਾਂ ਨੇ ਜਿਵੇਂ ਅਰਥ ਕੀਤੇ ਆ ਕਿ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ। ਭਾਈ ਇਸ਼ਨਾਨ ਇਤਿਆਦਿਕ ਦੀ ਕਿਰਿਆ ਨੂੰ ਕਰਨ ਦੇ ਨਾਲ ਸੋਚੈ ਸੋਚ ਨਾ ਹੋਵੇ, ਇਹਦੇ ਨਾਲ ਮਨ ਦੀ ਸੁਚਮਤਾ ਨਹੀਂ ਹੁੰਦੀ। ਜੇ ਸੋਚੀ ਲੱਖ ਵਾਰ, ਜੇਕਰ ਮਨੁੱਖ ਲੱਖਾਂ ਵਾਰੀ ਵੀ ਮਹਾਰਾਜ ਆਖਦੇ ਕਿ ਇਸ਼ਨਾਨ ਆਦਿਕ ਦੀ ਕਿਰਿਆ ਨੂੰ ਕਰੀ ਜਾਵੇ, ਇਹਦੇ ਨਾਲ ਸਾਡਾ ਜਿਹੜਾ ਅੰਤਸ਼ਕਰਨ ਹੈ ਕਦੇ ਸ਼ੁੱਧ ਨਹੀਂ ਹੋ ਸਕਦਾ। ਤੋ ਇਸ ਤਰੀਕੇ ਦੇ ਨਾਲ ਇਹਨਾਂ ਪਾਵਨ ਤੁਕਾਂ ਦੇ ਅਰਥ ਨੇ, ਜਿਹੜਾ ਆਪਾਂ ਨੂੰ ਸਮਝਣਾ ਚਾਹੀਦਾ ਹੈ ਕਿ ਜਿਹੜੇ ਵਿਸ਼ੇ ਦਾ ਆਪਾਂ ਨੂੰ ਗਿਆਨ ਨਹੀਂ, ਉਸ ਵਿਸ਼ੇ ਨੂੰ ਨਾ ਛੇੜਿਆ ਜਾਵੇ। ਨਹੀਂ ਜਾਣਦਾ ਇਹ ਜਿਹੜੀ ਗੱਲ ਦੇ ਬਾਬਤ ਆਪਾਂ ਨੂੰ ਪਤਾ ਹੀ ਨਹੀਂ, ਉਹਦਾ ਵਿੱਚ ਉਚਾਰਨ ਕਰਨ ਦੀ ਲੋੜ ਹੀ ਕੀ ਹੈ। ਇਸ ਵਾਸਤੇ ਅਸੀਂ ਅਕਾਲ ਤਖਤ ਸਾਹਿਬ ਨੂੰ, ਹੋਰ ਜਿੰਨੀਆਂ ਵੀ ਸਮੁੱਚੀਆਂ ਜਥੇਬੰਦੀਆਂ ਨੇ, ਸਾਰੀਆਂ ਨੂੰ ਬੇਨਤੀ ਕਰਾਂਗੇ ਕਿ ਅਗਾਂਹ ਵਾਸਤੇ ਵੀ ਇਸ ਵਰਤਾਰੇ ਦੇ ਉੱਤੇ ਭਾਈ ਰੋਕ ਲਾਈ ਜਾਵੇ। ਇਹ ਪਿਛਲੇ ਸਾਲਾਂ ਤੋਂ ਜਿਹੜੇ ਕੁਝ ਗਲਤ ਵਰਤਾਰੇ ਵਾਪਰਨੇ ਸ਼ੁਰੂ ਹੋਏ ਹੈ, ਜਿਵੇਂ ਪੈਲਸਾਂ ਦੇ ਵਿੱਚ ਆਪਾਂ ਵੇਖਦੇ ਕਿ ਜਿੰਨੇ ਆਰਕੈਸਟਰ ਨੇ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀਆਂ ਪੰਕਤੀਆਂ ਆਪਣੇ ਤਰੀਕੇ ਦੇ ਅਨੁਸਾਰ ਬੋਲਦੇ ਆ, ਗਲਤ ਉਚਾਰਨ ਕਰਦੇ, ਫਿਰ ਆਪਣੇ ਤਰੀਕੇ ਦੇ ਨਾਲ ਉਹਨਾਂ ਦੇ ਅਰਥ ਕਰ ਦਿੰਦੇ ਆ। ਤਾਂ ਭਾਈ ਇਹ ਸਾਰੇ ਗੁਰਬਾਣੀ ਦੀ ਬੇਅਦਬੀ ਦਾ ਹਿੱਸਾ ਹੈ। ਸੰਗਤ ਜੀ, ਜਾਗਣ ਦਾ ਵੇਲਾ ਹੈ। ਇਹ ਸਾਰਾ ਜਿੰਨਾ ਕੁਝ ਵਰਤਾਰਾ ਵਾਪਰਿਆ, ਜੇਕਰ ਇਹਨੂੰ ਨਾ ਰੋਕਿਆ ਗਿਆ ਤਾਂ ਲਗਾਤਾਰ ਜਿਹੜਾ ਇਹ ਸੰਸਾਰ ਹੈ ਨਿਘਾਰ ਦੀ ਤਰਫ ਨੂੰ ਜਾ ਰਿਹਾ, ਤੇ ਸਿੱਖ ਵੀ ਇਹਦੇ ਵਿੱਚ ਹੀ ਇਸੇ ਤਰੀਕੇ ਦੇ ਨਾਲ ਚਲੇ ਜਾਣਗੇ। ਤਾਂ ਅਸੀਂ ਗੁਰਸਿੱਖ ਜਥੇਬੰਦੀਆਂ ਨੂੰ, ਅਕਾਲ ਤਖਤ ਸਾਹਿਬ ਨੂੰ ਬੇਨਤੀ ਕਰਦੇ ਹਾਂ ਕਿ ਭਾਈ ਸਖਤ ਤੋਂ ਸਖਤ ਇਹਦੇ ਬਾਬਤ ਜਿਹੜਾ ਨੋਟਿਸ ਹੈ ਉਹ ਲਿਆ ਜਾਵੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।